मंत्री चन्नी ने पेश किया 70 दिनों का रिपोर्ट कार्ड। सरकार के वालों लए गए 60 फैसले गिणवाए। बोले मैं ऐलान जीत नहीं विश्वास जीत हाँ, जो बोलता हाँ वो कानून बन जाता है। मिशन 2022 ਨੂੰ ਲੈ ਕੇ ਐਕਸ਼ਨ ਦੇ ਵਿੱਚ ਮੁੱਖ ਮੰਤਰੀ ਚੰਨੀ ਅੱਜ 10 ਵਜੇ ਕਰਨਗੇ ਅਹਿਮ ਪ੍ਰੈਸ ਕਾਨਫਰੰਸ। ਬਾਅਦ ਦੇ ਵਿੱਚ ਕਰਨਗੇ ਭੋਆ ਹਲਕੇ ਦਾ ਦੌਰਾ। ਕੇਜਰੀਵਾਲ ਨੇ ਪੰਜਾਬੀਆਂ ਨੂੰ ਦਿੱਤੀਆਂ 2 ਹੋਰ ਗਰੰਟੀਆਂ। ਬੋਲੇ ਪੰਜਾਬ ਦੇ ਵਿੱਚ ਜੰਮੇ ਹਰ ਬੱਚੇ ਨੂੰ ਮਿਲੇਗੀ ਮੁਫਤ ਸਿੱਖਿਆ। ਫੌਜ ਤੇ ਪੰਜਾਬ ਪੁਲਿਸ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੇਣ ਦਾ ਵੀ ਐਲਾਨ। सिरसा की पार्टी बदलन ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ बीजेपी ਤੇ ਸਾਧਿਆ ਨਿਸ਼ਾਨਾ। ਕਿਹਾ ਬੰਦੂਕ ਦੀ ਨੋਕ ਤੇ ਹੋਏ ਨੇ ਸ਼ਾਮਿਲ। ਕਾਂਗਰਸ ਵਾਂਗ ਪਾਰਟੀਆਂ ਨੂੰ ਤੋੜ ਰਹੀ ਹੈ बीजेपी। ਅੱਜ ਫਿਰ ਸਿੰਘ ਬਾਰਡਰ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ। ਅੱਗੇ ਦੀ ਰਣਨੀਤੀ ਤੇ ਹੋਵੇਗਾ ਮੰਥਨ। ਕੱਲ੍ਹ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ। ਬਾਬਲ ਕਲਾ ਗੋਲੀकांड ਨੂੰ ਲੈ ਕੇ ਅੱਜ ਫਰੀਦਕੋਟ ਅਦਾਲਤ ਦੇ ਵਿੱਚ ਅਹਿਮ ਸੁਣਵਾਈ। ਪਿਛਲੀ ਸੁਣਵਾਈ ਦੇ ਦੌਰਾਨ ਮੁਲਜ਼ਮਾਂ ਨੇ ਪਟੀਸ਼ਨ ਪਾ ਕੇ ਸਾਰੇ ਮੁਲਜ਼ਮਾਂ ਦੀ ਪੇਸ਼ੀ ਤੱਕ ਚਾਰਜ ਫਰੇਮ ਨਾ ਕਰਨ ਦੀ ਕੀਤੀ ਸੀ ਮੰਗ। ਸਮੇਤ ਸੈਣੀ ਨੂੰ 2022 ਤੱਕ ਮਿਲੀ ਹੋਈ ਹੈ ਜ਼ਮਾਨਤ। ਦਿੱਲੀ ਐਨਸੀਆਰ ਦੇ ਵਿੱਚ ਵਾਧੇ ਪ੍ਰਦੂਸ਼ਣ ਨੂੰ ਲੈ ਕੇ ਅੱਜ ਫਿਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ। ਕੱਲ੍ਹ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਦਿੱਤਾ ਸੀ 24 ਘੰਟੇ ਦਾ ਅਲਟੀਮੇਟਮ। ਪ੍ਰਦੂਸ਼ਣ ਰੋਕਣ ਦੇ ਵਿੱਚ ਨਾਕਾਮ ਰਹਿਣ ਤੇ ਟਾਸਕ ਫੋਰਸ ਦੇ ਗਠਨ ਦੇ ਦਿੱਤੇ ਸੀ ਸੰਕੇਤ। ਭਾਰਤ ਦੇ ਵਿੱਚ ਕੋਰੋਨਾ ਦੇ ਸਭ ਤੋਂ ਖਤਰਨਾਕ ਵੈਰੀਐਂਟ ਦਾ ਅਟੈਕ। ਕਰਨਾਟਕ ਦੇ ਵਿੱਚ 2 ਲੋਕਾਂ ਦੇ ਵਿੱਚ ਓਮਿਕਰੋਨ ਦੀ ਪੁਸ਼ਟੀ। ਸਰਕਾਰ ਨੇ ਲੋਕਾਂ ਨੂੰ ਵੈਕਸੀਨੇਸ਼ਨ ਅਤੇ ਹੈਲਥ ਪ੍ਰੋਟੋਕੋਲ ਦੀ ਪਾਲਣਾ ਦੀ ਕੀਤੀ ਅਪੀਲ। ਧਰਮਨਗਰੀ ਕੁਰੂਕਸ਼ੇਤਰ ਦੇ ਵਿੱਚ ਗੀਤਾ ਮਹੋਤਸਵ ਦਾ ਸ਼ੁਭਾਰੰਭ। ਸ਼ਾਨਦਾਰ ਲਾਈਟਿੰਗ ਦੇ ਨਾਲ ਜਗਮਗਾਇਆ ਬ੍ਰਹਮ ਸਰੋਵਰ। ਸ਼ਾਮ ਵੇਲੇ ਕੀਤੀ ਗਈ ਪੂਜਾ ਅਰਚਨਾ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਪੰਜਾਬ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤੇ ਉਮੀਦ ਹੈ ਕਿ ਤੁਸੀਂ ਸਾਰੇ ਖੈਰਿਅਤ ਦੇ ਨਾਲ ਹੋਵੋਗੇ। ਸੋ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ। ਸਭ ਤੋਂ ਪਹਿਲਾਂ ਸੀਐਮ ਚਰਨਜੀਤ ਚੰਨੀ ਹੋਰਾਂ ਤੋਂ ਦੱਸਦੇ ਕਿ ਬੀਤੇ ਦਿਨ ਉਹਨਾਂ ਵੱਲੋਂ ਜਿੱਥੇ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਉੱਥੇ ਹੀ ਅੱਜ ਫਿਰ ਤੋਂ ਸੀਐਮ ਚਰਨਜੀਤ ਚੰਨੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਏਗੀ। ਅੱਜ ਫਿਰ ਸੀਐਮ ਚਰਨਜੀਤ ਚੰਨੀ ਪ੍ਰੈਸ ਕਾਨਫਰੰਸ ਕਰਨਗੇ। ਸਵੇਰੇ 10 ਵਜੇ ਮੀਡੀਆ ਦੇ ਮੁਖਾਤਬ ਹੋਣਗੇ। ਕੱਲ ਸੀਐਮ ਦੇ ਵੱਲੋਂ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਸੀ 70 ਦਿਨਾਂ ਦਾ ਕਿ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਗਿਆ ਹੈ। ਯਾਨੀ ਕਿ ਉਹਨਾਂ ਦਾ ਕਹਿਣਾ ਸੀ ਕਿ ਐਲਾਨ ਜੀ ਤੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਸਿਰਫ ਤੇ ਸਿਰਫ ਐਲਾਨ ਕਰਦੇ ਨੇ, ਪਰ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਨੋਟੀਫਾਈ ਕੀਤਾ ਗਿਆ ਹੈ। ਸਾਰੇ ਐਲਾਨਾਂ ਨੂੰ ਨੋਟੀਫਿਕੇਸ਼ਨ ਬਾਕਾਇਦਾ ਉਹਨਾਂ ਦੇ ਵੱਲੋਂ ਲਗਾਈ ਗਈ ਸਕਰੀਨ ਤੇ ਪੇਸ਼ ਕੀਤੇ ਗਏ ਤੇ ਨਾਲੋਂ ਨਾਲ ਕਹਿ ਦਿੱਤਾ ਗਿਆ ਕਿ ਸਾਰੇ ਚੈੱਕ ਕਰ ਲਏ ਜਾਣ। ਸੋ ਮੁੱਖ ਮੰਤਰੀ ਬਣਨ ਤੋਂ ਬਾਅਦ ਕੀਤੇ ਹੋਏ ਕੰਮਾਂ ਦਾ ਸਾਰਾ ਬਿਊਰਾ ਦਿੱਤਾ ਗਿਆ ਸੀ ਔਰ ਅੱਜ ਭੋਆ ਹਲਕੇ ਦਾ ਵੀ ਦੌਰਾ ਕੀਤਾ ਜਾਏਗਾ ਮੁੱਖ ਮੰਤਰੀ ਚੰਨੀ ਦੇ ਵੱਲੋਂ। ਔਰ ਫੋਨ ਲਾਈਨ ਤੇ ਨੇ ਪੰਕਜ ਕਪਾਲ ਕੀ ਜ਼ਿਆਦਾ ਜਾਣਕਾਰੀ ਦੇ ਲਈ। ਜੀ ਪੰਕਜ, ਜੇਕਰ ਅੱਜ ਦੀ ਪ੍ਰੈਸ ਕਾਨਫਰੰਸ ਦੀ ਗੱਲ ਕੀਤੀ ਜਾਵੇ ਤਾਂ ਕੀ ਕੁਝ ਖਾਸ ਰਹਿਣ ਵਾਲਾ ਹੈ? देखो, काफी अहम 10 बजे प्रेस कॉन्फ्रेंस जी मुख्यमंत्री जगत सिंह चन्नी करन जा रहे हैं और देर रात जड़ा इस मुतलक इनविटेशन आया कि मुख्यमंत्री की प्रेस कॉन्फ्रेंस होएगी। हालांकि की कुछ इस प्रेस कॉन्फ्रेंस च रहेगा, थोड़ी देर बाद तस्वीर जी साफ होएगी क्योंकि कल ही 70 दिनों का ब्यौरा जड़ा वा मुख्यमंत्री चरणजीत सिंह चन्नी वालों दिता गया सीगा कि विरोधी सांझ कसते ने कि सिर्फ ऐलान हो रहे ने, इंप्लीमेंट कुछ नहीं हो रहा। तो बकायदा वो तमाम नोटिफिकेशन दसे गए थे मुख्यमंत्री चरणजीत सिंह चन्नी वालों कि ये नोटिफिकेशन जड़े ने वो जारी हो गए ने और सिर्फ ऐलान नहीं बल्कि जमीनी पद्धर से काम भी हुए ने। तो जिहे च अगले दिन यानी कि अज एक बार फिर सवेरे 10 बजे तड़के प्रेस कॉन्फ्रेंस मुख्यमंत्री वालों रखी गई है और काफी अहम जी प्रेस कॉन्फ्रेंस चोणों तो पहला मनी जा रही है। ठीक है, बहुत बहुत शुक्रिया पंकज तमाम जानकारी ਦੇ ਲਈ ਧੰਨਵਾਦ ਹੈ। ਔਰ ਵੇਖਣਾ ਹੋਏਗਾ ਕਿ ਕੁਝ ਖਾਸ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹੁੰਦਾ ਹੈ। ਪਰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜੇ ਬੀਤੇ ਦਿਨ ਦੀ ਗੱਲ ਕੀਤੀ ਜਾਏ ਤਾਂ 3 ਵਜੇ ਇੱਕ ਵੱਡਾ ਤੋਹਫਾ ਉਸ ਤੋਂ ਪਹਿਲਾਂ ਦਿਨ ਦੀ ਗੱਲ ਕਹੀ ਗਈ ਸੀ, ਪਰ ਫਿਰ ਰਿਪੋਰਟ ਕਾਰਡ ਪੇਸ਼ ਨੂੰ ਲੈ ਕੇ ਖਬਰ ਆਈ ਕਿ ਰਿਪੋਰਟ ਕਾਰਡ ਪਹਿਲਾਂ ਪੇਸ਼ ਕੀਤਾ ਜਾਏਗਾ ਕਿ ਹੁਣ ਤੱਕ ਜਿੰਨੇ ਵੀ ਐਲਾਨ ਹੋਏ ਨੇ ਤਾਂ ਉਸ ਦੇ ਵਿੱਚ ਕੀ ਕੁਝ ਕੀਤਾ ਗਿਆ, ਕੀ ਕੁਝ ਉਸ ਨੂੰ ਲਾਗੂ ਕੀਤਾ ਗਿਆ, ਲੋਕਾਂ ਤੱਕ ਕਿਵੇਂ ਪਹੁੰਚਾਇਆ ਗਿਆ। ਸੋ ਉਸ ਬਾਬਤ ਸਾਰੀ ਜਾਣਕਾਰੀ ਦਿੱਤੀ ਗਈ ਤੇ ਅੱਜ ਫਿਰ ਤੋਂ ਪੀਸੀ ਰੱਖੀ ਗਈ ਹੈ। ਤੇ ਕੱਲ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਦਮ ਭਰਿਆ ਕਿ ਉਹ ਸਿਰਫ ਐਲਾਨ ਹੀ ਨਹੀਂ ਕਰਦੇ ਬਲਕਿ ਉਹਨਾਂ ਨੂੰ ਲਾਗੂ ਵੀ ਕਰਕੇ ਵਿਖਾਉਂਦੇ ਨੇ। ਵੇਖਦੇ ਹਾਂ ਰਿਪੋर्ट। ऐलान जीत नहीं है, विश्वास जीत है। चन्नी सरकार नहीं है, मैं कोई चीज नहीं है, ये चंगी सरकार है।
ਚੰਨੀ ਨਹੀਂ ਚੰਗੀ ਸਰਕਾਰ ਹੈ। ਚੰਨੀ ਐਲਾਨ ਜੀਤ ਨਹੀਂ ਵਿਸ਼ਵਾਸ ਜੀਤ ਹੈ। ਚੰਨੀ ਜੋ ਬੋਲਦਾ ਹੈ ਉਹ ਕਾਨੂੰਨ ਬਣਦਾ ਹੈ। ਕੁਝ ਇਸ ਤਰ੍ਹਾਂ ਦੇ ਦਾਅਵਿਆਂ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਨਾ ਹੈ। ਸੀਐਮ ਨੇ ਦਾਅਵਾ ਕੀਤਾ ਕਿ ਉਹਨਾਂ ਨੇ 73 ਦਿਨਾਂ ਦੇ ਵਿੱਚ 60 ਦੇ ਕਰੀਬ ਫੈਸਲੇ ਲਏ ਅਤੇ ਉਹਨਾਂ ਨੂੰ ਲਾਗੂ ਕਰਕੇ ਦਿਖਾਇਆ। ਸੀਐਮ ਨੇ ਬਿਜਲੀ ਪਾਣੀ ਨੂੰ ਲੈ ਕੇ ਉਹਨਾਂ ਦੀ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਬਿਊਰੋ ਦਿੱਤਾ। ਸੀਐਮ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਨੇ 2 ਕਿਲੋਵਾਟ ਦੇ ਬਕਾਇਆ ਬਿਜਲੀ ਬਿੱਲ ਮਾਫ ਕੀਤੇ। ਹਰ ਵਰਗ ਦੇ ਲਈ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ। 1 ਨਵੰਬਰ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ। ਪਿੰਡੂ ਖੇਤਰਾਂ ਦੇ ਵਿੱਚ ਪਾਣੀ ਦੇ ਬਕਾਇਆ ਬਿੱਲ ਮਾਫ ਕੀਤੇ। ਅੱਗੇ ਤੋਂ ਪਾਣੀ ਦਾ ਬਿੱਲ ਘੱਟ ਆਵੇ ਇਹ ਵੀ ਯਕੀਨੀ ਬਣਾਇਆ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਵਾਟਰ ਸਪਲਾਈ ਸੀਵਰੇਜ ਦੇ ਬਕਾਇਆ ਬਿੱਲ ਵੀ ਮਾਫ ਕਰ ਦਿੱਤੇ। ਉਹਨਾਂ ਸਾਰਿਆਂ ਦੇ ਨਹੀਂ ਤਾਂ ਬਹੁਤ ਜ਼ਿਆਦਾ ਦੇ ਜ਼ੀਰੋ ਬਿੱਲ ਆ ਰਹੇ। ਸੀਐਮ ਨੇ ਦਾਅਵਾ ਕੀਤਾ ਕਿ ਗਰੀਬ ਲੋਕਾਂ ਦੇ ਲਈ 1 ਲੱਖ ਨੀਲੇ ਕਾਰਡ ਬਣਾਏ ਗਏ। ਲਾਲ ਡੋਰੇ ਅੰਦਰ ਆਉਣ ਵਾਲੇ ਘਰਾਂ ਦੇ ਮਾਲਿਕਾਂ ਨੂੰ ਉਹਨਾਂ ਦੇ ਜ਼ਮੀਨੀ ਹੱਕ ਦਿੱਤੇ ਗਏ ਅਤੇ ਗਰੀਬਾਂ ਦੀ ਦੀਵਾਲੀ ਖੁਸ਼ੀਆਂ ਵਾਲੀ ਹੋਵੇ ਇਸ ਲਈ 3,70,000 ਕੰਸਟਰਕਸ਼ਨ ਵਰਕਰਾਂ ਨੂੰ 31,100 ਰੁਪਏ ਦਿੱਤੇ ਗਏ। ਲਾਲ ਲਕੀਰ ਦੇ ਅੰਦਰ ਮਾਲਕੀ ਹੱਥ ਦੇਣ ਦਾ ਜਿਹੜਾ ਅਸੀਂ ਫੈਸਲਾ ਕੀਤਾ ਇਹਦਾ ਕੰਮ ਸ਼ੁਰੂ ਹੋ ਗਿਆ ਹੈ। ਦਸੰਬਰ 22 ਤੱਕ ਕੰਮ ਚੱਲਣਾ ਹੈ। ਮੁੱਖ ਮੰਤਰੀ ਨੇ ਵਿਦਿਆਰਥੀਆਂ ਕਿਸਾਨਾਂ ਤੇ ਮੁਲਾਜ਼ਮਾਂ ਦੇ ਲਈ ਕੀਤੇ ਕੰਮਾਂ ਦਾ ਵੀ ਬਿਊਰਾ ਦਿੱਤਾ। ਸੀਐਮ ਦੇ ਮੁਤਾਬਕ ਉਹਨਾਂ ਦੀ ਸਰਕਾਰ ਨੇ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਦੇ ਤਹਿਤ ਹਜ਼ਾਰਾਂ ਵਿਦਿਆਰਥੀਆਂ ਨੂੰ ਲਾਭ ਦਿੱਤਾ। ਪੰਜਾਬੀ ਯੂਨੀਵਰਸਿਟੀ ਦਾ 150 ਕਰੋੜ ਦਾ ਕਰਜ਼ ਮਾਫ ਕੀਤਾ। ਰੇਤ ਦਾ ਰੇਟ 5.5 ਰੁਪਏ ਪ੍ਰਤੀ ਕਿਊਬਿਕ ਫੁੱਟ ਕੀਤਾ। ਜ਼ਮੀਨ ਮਾਲਕ ਨੂੰ ਖੇਤ ਵਿੱਚੋਂ ਰੇਤਾ ਕੱਢਣ ਦਾ ਹੱਕ ਦਿੱਤਾ। ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ 17,000 ਪ੍ਰਤੀ ਏਕੜ ਕੀਤਾ। 15 ਲੱਖ ਪਰਿਵਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦੇ ਵਿੱਚ ਸ਼ਾਮਲ ਕੀਤਾ। ਮੁਲਾਜ਼ਮਾਂ ਦੇ ਲਈ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਿਸ ਨਾਲ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ 15% ਦਾ ਵਾਧਾ ਹੋਇਆ ਹੈ। 36,000 ਠੇਕਾਦਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਬਿੱਲ ਪਾਸ ਕੀਤਾ ਜੋ ਗਵਰਨਰ ਕੋਲ ਪਿਆ ਹੈ। ਸੀਐਮ ਨੇ ਕਿਹਾ ਕਿ ਉਹ ਐਲਾਨ ਹੀ ਨਹੀਂ ਕਰਦੇ ਜੋ ਕਹਿੰਦੇ ਨੇ ਉਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਵੀ ਕਰਦੇ ਨੇ। 1 ਜਨਵਰੀ 216 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਤਨਖਾਹ ਵਿੱਚ ਘੱਟੋ ਘੱਟ 15% ਵਾਧਾ ਕੀਤਾ। ਮੁੱਖ ਮੰਤਰੀ ਨੇ ਖੁਦ ਨੂੰ ਵਿਸ਼ਵਾਸ ਜੀਤ ਐਲਾਨ ਕੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਹੁਕਮਾਂ ਤੇ ਕਾਨੂੰਨ ਬਣਨ ਦਾ ਦਮ ਭਰ ਕੇ ਮਜ਼ਬੂਤ ਸੀਐਮ ਹੋਣ ਦਾ ਸੁਨੇਹਾ ਵੀ ਦਿੱਤਾ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18। ਅੱਗੇ ਵਧਿਆਂ ਤੇ ਗੱਲ ਕਰਾਂਗੇ ਹੁਣ ਕਿਸਾਨਾਂ ਦੀ। ਅੱਜ ਫਿਰ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ ਹੈ। ਦੱਸੇ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਮੀਟਿੰਗ ਕੀਤੀ ਜਾਵੇਗੀ। ਅੱਜ ਫਿਰ ਸਿੰਘ ਬਾਰਡਰ ਤੇ ਅੱਗੇ ਦੀ ਰਣਨੀਤੀ ਘੜੀ ਜਾਵੇਗੀ। ਕੱਲ ਹੁਣੀਆਂ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਯਾਨੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀ ਆਖਰਲਾ ਫੈਸਲਾ ਕੀਤਾ ਜਾਏਗਾ ਕਿ ਆਖਿਰਕਾਰ ਅੱਗੇ ਕਿਵੇਂ ਰਣਨੀਤੀ ਰਹਿਣ ਵਾਲੀ ਹੈ। ਅੱਗੇ ਕੀ ਅੰਦੋਲਨ ਦੀ ਰੂਪਰੇਖਾ ਰਹੇਗੀ ਕਿ ਅੱਗੇ ਵੀ ਅੰਦੋਲਨ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੇਗਾ ਜਾਂ ਫਿਰ ਅੰਦੋਲਨ ਨੂੰ ਇੱਥੇ ਹੀ ਖਤਮ ਕਰਕੇ ਮੰਗਾਂ ਜੋ ਮੰਨੀਆਂ ਗਈਆਂ ਨੇ ਉਸ ਤੇ ਸਹਿਮਤੀ ਪ੍ਰਗਟਾ ਕੇ ਘਰ ਵਾਪਸੀ ਕੀਤੀ ਜਾਏਗੀ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਕੱਲ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਕਿਉਂਕਿ ਜੋ ਮਿੱਥੀ ਗਈ ਸੀ ਮੀਟਿੰਗ की 4 ਤਰੀਕ यानी कि 4 ਦਸੰਬਰ ਨੂੰ ਹੀ ਇਹ ਮੀਟਿੰਗ ਹੋਏਗੀ। ਸੋ ਉਸ ਦੇ ਤਹਿਤ ਭਲਕੇ यानी कि 4 ਤਰੀਕ ਨੂੰ ਹੀ ਇਹ ਮੀਟਿੰਗ ਹੋਏਗੀ। ਸੋ ਅੱਜ ਉਸ ਤੋਂ ਪਹਿਲਾਂ 32 ਕਿਸਾਨ ਜਥੇਬੰਦੀਆਂ ਜੋ ਪੰਜਾਬ ਦੀਆਂ ਨੇ ਉਹਨਾਂ ਦੇ ਵੱਲੋਂ ਫੈਸਲਾ ਲਿਆ ਜਾਏਗਾ। ਜੋ ਜਾਣਕਾਰੀਆਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਨੇ ਕਿ ਕੁਝ ਆਗੂਆਂ ਦੇ ਵੱਲੋਂ ਸਹਿਮਤੀ ਪ੍ਰਗਟਾਈ ਗਈ। ਹਾਲਾਂਕਿ ਜੋ ਕੀਤੇ ਪਹਿਲਾਂ ਕੀਤੀ ਗਈ ਸੀ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਉਸ ਦੇ ਵਿੱਚ ਵੀ ਅੰਦੇਸ਼ਾ ਜਿਹੜਾ ਉਹ ਦੇ ਦਿੱਤਾ ਗਿਆ ਸੀ, ਇਸ਼ਾਰੇ ਦੇ ਦਿੱਤੇ ਗਏ ਸਨ ਕਿ ਕਿਸਾਨ ਆਗੂ ਜਿਹੜੇ ਪੰਜਾਬ ਦੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਇਹ ਹਾਮੀ ਹੈ ਉਹਨਾਂ ਦੀ ਕਿ ਹਾਂ ਸਾਨੂੰ ਵਾਪਸੀ ਕਰ ਲੈਣੀ ਚਾਹੀਦੀ ਹੈ ਕਿਉਂਕਿ MSP ਜਿਹੜੀ ਝੋਨੇ ਤੇ ਕਣਕ ਤੇ ਪੰਜਾਬ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਤਾਂ ਮਿਲਦੀ ਹੈ। ਬਾਕੀ ਸੂਬਿਆਂ ਦੇ ਵਿੱਚ ਇੱਕ ਲੜਾਈ ਕਹਿ ਸਕਦੇ ਹਾਂ MSP ਨੂੰ ਲੈ ਕੇ ਕਿਸਾਨਾਂ ਦੀ। ਪਰ ਫਿਲਹਾਲ ਅੱਜ ਮੀਟਿੰਗ ਦੇ ਵਿੱਚ ਕੀ ਕੁਝ ਹੋਏਗਾ ਇਹ ਵੇਖਣ ਵਾਲੀ ਗੱਲ ਹੈ। तो सवाल किते बड़े ने कि आखिरकार अगे का फैसला की होएगा क्योंकि सब की इस नज़र टिकी हुई है कि आखिरकार हुण जथेबंदियां सिर्फ किसान मोर्चा की फैसला लैंदा क्योंकि जेकर गल की जाए अजे भी कई अजिहियां मंगां ने जिस नूं लैके अड़े हुए ने बने हुए ने अंदोलन दे विच किसान। और सिंह बॉर्डर तो साडे नाल नितिन अंतिल ने फोन लाइन ते। नितिन की कुछ जानकारी है जेकर गल की जाए तो अज की मीटिंग नूं लैके किस तरह की रणनीति अज की मीटिंग दे विच किसान आगू करन वाले ने?
जी बिल्कुल, मैं आपको बता दूं, जिस तरह से बैठकों का दौर लगातार जारी है और इससे पहले भी 32 जत्थेबंदी पंजाब की बैठक कर चुके थे, लेकिन आज फिर जो पंजाब के जत्थेबंदी, पंजाब के किसान नेता है, वो बैठक करेंगे। और जिस तरह से पंजाब के जो किसान नेता है ये इशारा भी कर चुके हैं कि उनकी लगभग मांगे पूरी हो चुकी हैं और 4 तारीख को फैसला जाने का भी यहाँ से हो सकता है। तो कहीं ना कहीं आज की बैठक अहम रहने वाली है, क्योंकि पंजाब के जत्थेबंदियों की बैठक 12 बजे बैठक शुरू होगी और करीब 3 से 4 घंटे तक ये बैठक चलेगी, जिसके बाद जो पंजाब के जो बड़े नेता चाहे राज्यपाल और दर्शनपाल भी आज की बैठक में शामिल होंगे। और आज के जो विषय हैं वो ये है कि सरकार का जो कहा है कि उनके पास रिपोर्ट नहीं है मृतक किसानों का, तो संयुक्त किसान मोर्चा के जो नेता होगा, हालांकि बैठक कल होनी है, लेकिन आज की बैठक में जो किसान नेता जो इसमें शहीद हुए हैं, जो किसान नेताओं का कहना है, उनका रिपोर्ट पर बात करेंगे। इसके अलावा जो मुकदमे दर्ज हुए हैं, सरकार से बार बार किसानों का कहना है कि मुकदमों को वापस लिया जाए, उसको लेकर बैठक में चर्चा होगी। और साथ ही जो किसान है उनका ये कहना है, जो किसान नेता हैं वो पहले ही कह चुके हैं कि सरकार जब तक एमएसपी पर उनकी गारंटी कमेटी नहीं बनाती तो 5 नाम उन्हें देने हैं, उन पर भी आज चर्चा की जाएगी। ठीक है नितिन, बहुत बहुत शुक्रिया तमाम जानकारी के लिए, धन्यवाद। सो ਅੱਜ ਫਿਰ ਤੋਂ ਸਿੰਘ ਬਾਰਡਰ ਤੇ ਮੀਟਿੰਗ ਹੋਣ ਵਾਲੀ ਹੈ ਔਰ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਏ ਇਸ ਮੀਟਿੰਗ ਦੀ ਤਾਂ ਕਿਤੇ ਨਾ ਕਿਤੇ ਹੋ ਸਕਦਾ ਹੈ ਇਸ ਤੇ ਸਹਿਮਤੀ ਬਣੇ ਕਿ ਠੀਕ ਹੈ ਘਰ ਵਾਪਸੀ ਕੀਤੀ ਜਾਵੇਗੀ, ਪੰਜਾਬ ਕਿਸਾਨ ਆਗੂਆਂ ਦੇ ਵੱਲੋਂ ਸਹਿਮਤੀ ਬਣਾਈ ਜਾਵੇ, ਪਰ ਅਖਰਲਾ ਫੈਸਲਾ ਸਿੱਖ ਕਿਸਾਨ ਮੋਰਚੇ ਦੇ ਵੱਲੋਂ ਕਰਨਾ ਹੈ ਔਰ ਵੇਖਣਾ ਹੋਏਗਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਅੱਗੇ ਅਗਲੀ ਮੀਟਿੰਗ ਦੇ ਵਿੱਚ ਭਲਕੇ ਵਾਲੀ 'ਚ ਕੀ ਕੁਝ ਪੱਖ ਜਿਹੜਾ ਉਹ ਕਿਸਾਨ ਦੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੱਖਿਆ ਜਾਂਦਾ ਹੈ, ਕਿਉਂਕਿ ਲਗਭਗ ਹਾਮੀ ਹੈ ਕਿਸਾਨਾਂ ਦੀ ਕਿ ਆਖਿਰਕਾਰ ਪੰਜਾਬ ਨੂੰ ਵਾਪਸੀ ਜਿਹੜੀ ਹੈ ਉਹ ਕੀਤੀ ਜਾਵੇ। ਸੋ ਉਧਰ ਕੇਂਦਰ ਸਰਕਾਰ ਦੇ ਵੱਲੋਂ ਅੰਦੋਲਨ ਦੇ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦਾ ਡਾਟਾ ਨਾ ਹੋਣ ਤੇ ਬਿਆਨ ਤੇ ਕਾਂਗਰਸ ਦੇ ਸਮੇਤ ਹੋਰ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਿਆ। ਚਿਦੰਬਰਮ ਨੇ ट्वीट करके सरकार नूं डाटा इकट्ठा करन दा तरीका दस्सिया तां आम आदमी पार्टी सरकार दी मंशा ते सवाल चुकती नजर आई। उधर किसान आगू सरकार नूं पूरा ब्यौरा देण नूं तैयार ने। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਪਾਰਲੀਮੈਂਟ ਦੇ ਵਿੱਚ ਦੱਸਿਆ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਟੋਲ ਬੰਦ ਹੋਣ ਦੀ ਵਜ੍ਹਾ ਕਰਕੇ NHAI ਨੂੰ 2731 ਕਰੋੜ ਰੁਪਏ ਦਾ ਘਾਟਾ ਪਿਆ ਹੈ। ਹਰਿਆਣਾ ਦੇ ਵਿੱਚ 1391 ਕਰੋੜ, ਪੰਜਾਬ ਦੇ ਵਿੱਚ 1269 ਕਰੋੜ, ਰਾਜਸਥਾਨ ਦੇ ਵਿੱਚ 142 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦੇਸ਼ ਵਿੱਚ ਅਕਤੂਬਰ 2020 ਤੋਂ ਨੈਸ਼ਨਲ ਹਾਈਵੇ ਤੇ ਬਣੇ 65 ਟੋਲ ਪਲਾਜ਼ੇ ਬੰਦ ਪਏ ਨੇ, ਪਰ ਜਦੋਂ ਵਿਰੋਧੀ ਧਿਰ ਨੇ ਕਿਸਾਨ ਅੰਦੋਲਨ ਦੇ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਮੁੱਦਾ ਚੁੱਕਿਆ ਤਾਂ ਸਰਕਾਰ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਲ ਕੋਈ ਡਾਟਾ ਨਹੀਂ ਹੈ, ਜਿਸ ਤੇ ਸੀਨੀਅਰ ਕਾਂਗਰਸ ਆਗੂ P ਚਿਦੰਬਰਮ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਸਰਕਾਰ ਨੂੰ ਡਾਟਾ ਇਕੱਠਾ ਕਰਨ ਦੀ ਪੂਰੀ ਤਰਕੀਬ ਦੱਸੀ ਹੈ। ਪਹਿਲੇ ਟਵੀਟ ਦੇ ਵਿੱਚ ਚਿਦੰਬਰਮ ਨੇ ਲਿਖਿਆ ਕਿ ਸਰਕਾਰ ਕਹਿੰਦੀ ਹੈ ਕਿ ਉਸ ਕੋਲ ਕਿਸਾਨਾਂ ਦੀ ਮੌਤ ਦਾ ਰਿਕਾਰਡ ਨਹੀਂ ਹੈ। ਸ਼ੁਰੂਆਤ ਦੇ ਲਈ ਸਰਕਾਰ ਅਮਰਿੰਦਰ ਸਿੰਘ ਤੋਂ ਉਹਨਾਂ ਦੀ ਸਰਕਾਰ ਵੇਲੇ 220 ਕਿਸਾਨਾਂ ਦਾ ਡਾਟਾ ਲੈ ਸਕਦੀ ਹੈ। ਦੂਜੇ ਟਵੀਟ ਦੇ ਵਿੱਚ ਚਿਦੰਬਰਮ ਨੇ ਸਰਕਾਰ ਨੂੰ ਇੱਕ ਹੋਰ ਸਲਾਹ ਦਿੱਤੀ। ਉਹਨਾਂ ਕਿਹਾ ਕਿ ਸਰਕਾਰ ਸੂਚਨਾ ਮੰਤਰੀ ਤੋਂ ਪੁਰਾਣੇ ਅਖਬਾਰਾਂ ਦੇ ਰਿਕਾਰਡ ਨੂੰ ਸਕੈਨ ਕਰਵਾ ਕੇ ਕਿਸਾਨਾਂ ਦੀ ਮੌਤ ਦਾ ਅੰਕੜਾ ਤਿਆਰ ਕਰਵਾ ਸਕਦੀ ਹੈ। ਅਖੀਰ ਦੇ ਵਿੱਚ ਸਰਕਾਰ ਸੰਯੁਕਤ ਮੋਰਚੇ ਤੋਂ ਲਿਸਟ ਲੈ ਕੇ ਪਿੰਡਾਂ ਦੇ ਵਿੱਚ ਨਾਵਾਂ ਦੀ ਜਾਂਚ ਕਰਵਾ ਸਕਦੀ ਹੈ। ਜਿੱਥੇ ਨੀਅਤ ਹੈ ਉੱਥੇ ਰਸਤਾ ਹੁੰਦਾ ਹੈ। बॉर्डर पे जब लोग मरते हैं तो वहाँ डिप्टी कमिश्नर रहता है, पुलिस रहती है, तहसीलदार रहता है, पटवारी रहता है, और जिस गांव से कोई लोग आते हैं उनका तो इन्होंने नोट कर लिया है बॉर्डर पे। तब आपको आंकड़े नहीं मिल रहे, वो नहीं, ये एक बहाना है, उनको कुछ भी नहीं देना चाहते हैं। ਆਮ ਆਦਮੀ ਪਾਰਟੀ ਨੇ ਵੀ ਸਰਕਾਰ ਕੋਲ ਮ੍ਰਿਤਕ ਕਿਸਾਨਾਂ ਦਾ ਡਾਟਾ ਨਾ ਹੋਣ ਤੇ ਸਵਾਲ ਚੁੱਕਦੇ ਹੋਏ ਪੁੱਛਿਆ ਕਿ ਜਦੋਂ ਸਰਕਾਰ ਟੋਲ ਪਲਾਜ਼ੇ ਦੇ ਨੁਕਸਾਨ ਦਾ ਡਾਟਾ ਇਕੱਠਾ ਕਰ ਸਕਦੀ ਹੈ ਤਾਂ ਮ੍ਰਿਤਕ ਕਿਸਾਨਾਂ ਦੀ ਲਿਸਟ ਕਿਉਂ ਤਿਆਰ ਨਹੀਂ ਕਰ ਸਕਦੀ। ਕਿਸਾਨ ਆਗੂ ਰਕੇਸ਼ ਟਕੈਤ ਨੇ ਵੀ ਸਰਕਾਰ ਨੂੰ ਪੂਰੀ ਲਿਸਟ ਦੇਣ ਦੀ ਪੇਸ਼ਕਸ਼ ਕੀਤੀ ਹੈ, ਜਦਕਿ ਬੀਜੇਪੀ ਨੇ ਕਿਸਾਨਾਂ ਤੇ ਵਿਰੋਧੀ ਧਿਰਾਂ ਨੂੰ ਇਸ ਮੁੱਦੇ ਤੇ ਸਿਆਸਤ ਨਾ ਕਰਨ ਦੀ ਨਸੀਹਤ ਦਿੱਤੀ ਹੈ। जिस दिन सरकार झूठ बोलना बंद कर देगी, ठीक है, उस दिन इस पे काम बन जाएगा कुछ। अभी तो सरकार ने तो ये कहा था कि कोरोना में किसी की डेथ हुई नहीं, ना उसका भी आंकड़ा है। तो देश के सामने जब झूठ बोल रही है सरकार, किसान किन्ने मरे उन्होंने कोल डाटा नहीं है, ये इल्जाम बिल्कुल गलत हैगा। और मैनू लगता कि किसान नेतावां नूं हुण क्योंकि वो कानून कृषि दे वापस हो गए, मोदी साहब ने देश हित च वापस कीते आ, उन्हां नूं हुण इदां दे कंट्रोवर्शियल बयान नहीं देने चाहिए। 3 ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸਾਨ ਲਗਾਤਾਰ ਕਿਸਾਨਾਂ ਦੇ ਖਿਲਾਫ ਦਰਜ ਕੇਸ ਰੱਦ ਕਰਨ ਅਤੇ ਅੰਦੋਲਨ ਦੇ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਨੇ।
ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦੇ ਨਾਲ-ਨਾਲ ਸਰਕਾਰੀ ਨੌਕਰੀ ਦਿੱਤੀ ਗਈ ਹੈ, ਪਰ ਕੇਂਦਰ ਦੇ ਵੱਲੋਂ ਹਾਲੇ ਤੱਕ ਇਹਨਾਂ ਕਿਸਾਨ ਪਰਿਵਾਰਾਂ ਦੇ ਲਈ ਕੋਈ ਐਲਾਨ ਨਹੀਂ ਕੀਤਾ ਗਿਆ। ਬਿਊਰੋ ਰਿਪੋਰਟ, ਨਿਊਜ਼ 18। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਮਨਜਿੰਦਰ ਸਿਰਸਾ ਉਹਨਾਂ ਦੀ। ਮਨਜਿੰਦਰ ਸਿਰਸਾ ਦਾ ਬੀਜੇਪੀ ਦੇ ਵਿੱਚ ਜਾਣਾ ਅਕਾਲੀ ਦਲ ਨੂੰ ਭੋਰਾ ਵੀ ਰਾਸ ਨਹੀਂ ਆ ਰਿਹਾ। ਸੁਖਬੀਰ ਬਾਦਲ ਨੇ ਤਾਂ ਇਲਜ਼ਾਮ ਲਗਾ ਦਿੱਤਾ ਹੈ ਕਿ ਬੀਜੇਪੀ ਨੇ ਸਿਰਸਾ ਨੂੰ ਬੰਦੂਕ ਦੀ ਨੋਕ ਤੇ ਪਾਰਟੀ ਜੁਆਇਨ ਕਰਵਾਈ ਹੈ, ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕੁਝ ਇਸੇ ਅੰਦਾਜ਼ ਦੇ ਵਿੱਚ ਬੀਜੇਪੀ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਰਹੇ ਨੇ, ਪਰ ਬੀਜੇਪੀ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕਰ ਰਹੀ ਹੈ। ਮੈਨੂੰ ਲੱਗਿਆ ਕਿ ਉਹਨਾਂ ਦੇ ਅੱਗੇ ਵੀ ਇਹ ਪੇਸ਼ਕਸ਼ ਰੱਖੀ ਗਈ ਕਿ ਜਾਂ ਬੀਜੇਪੀ ਜੁਆਇਨ ਕਰੋ ਤੇ ਜਾਂ ਫਿਰ ਜੇਲ੍ਹ ਜਾਓ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਇਸ ਬਿਆਨ ਦੇ ਨਾਲ ਬੀਜੇਪੀ ਦੀ ਤੁਲਨਾ ਮੁਗਲ ਹਕੂਮਤ ਦੇ ਨਾਲ ਕਰ ਦਿੱਤੀ। ਜਥੇਦਾਰ ਦਾ ਇਲਜ਼ਾਮ ਹੈ ਕਿ ਮੁਗਲ ਹਕੂਮਤ ਦੇ ਵਿੱਚ ਲੋਕਾਂ ਅੱਗੇ ਧਰਮ ਜਾਂ ਜ਼ਿੰਦਗੀ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਬਦਲ ਹੁੰਦਾ ਸੀ, ਅਤੇ ਹੁਣ ਉਸੇ ਰਾਹ ਤੇ ਬੀਜੇਪੀ ਹੈ ਜੋ ਵਿਰੋਧੀ ਧਿਰਾਂ ਦੇ ਅੱਗੇ ਦੋ ਹੀ ਬਦਲ ਰੱਖਦੀ ਹੈ, ਜਾਂ ਬੀਜੇਪੀ ਚੁਣੋ ਜਾਂ ਜੇਲ੍ਹ ਚੁਣੋ। ਜਥੇਦਾਰ ਦਾ ਦਾਅਵਾ ਹੈ ਕਿ ਅਕਾਲੀ ਦਲ ਛੱਡ ਕੇ ਬੀਜੇਪੀ ਵਿੱਚ ਜਾਣ ਵਾਲੇ ਮਨਜਿੰਦਰ ਸਿੰਘ ਸਿਰਸਾ ਅੱਗੇ ਵੀ ਜੇਲ੍ਹ ਜਾਂ ਬੀਜੇਪੀ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਬਦਲ ਰੱਖਿਆ ਗਿਆ ਸੀ। ਜਦੋਂ ਮੁਗਲ ਸ਼ਾਸਕ ਜਿਹੜੇ ਸੀ ਉਹ ਭਾਰਤ ਦੇ ਅੰਦਰ ਆਏ ਤੇ ਉਹਨਾਂ ਨੇ ਇਹ ਕਿਹਾ ਕਿ ਜਾਂ ਧਰਮ ਚੁਣ ਲਓ ਤੇ ਜਾਂ ਜ਼ਿੰਦਗੀ ਚੁਣ ਲਓ, ਤੇ ਮੈਨੂੰ ਲੱਗਿਆ ਕਿ ਉਹਨਾਂ ਦੇ ਅੱਗੇ ਵੀ ਇਹ ਪੇਸ਼ਕਸ਼ ਰੱਖੀ ਗਈ ਕਿ ਜਾਂ ਬੀਜੇਪੀ ਜੁਆਇਨ ਕਰੋ ਤੇ ਜਾਂ ਫਿਰ ਜੇਲ੍ਹ ਜਾਓ। ਜਥੇਦਾਰ ਦੇ ਨਿਸ਼ਾਨੇ ਤੇ ਬੀਜੇਪੀ ਦੇ ਨਾਲ-ਨਾਲ ਦਿੱਲੀ ਦੇ ਕੁਝ ਸਿੱਖ ਆਗੂ ਵੀ ਸਨ। ਇਲਜ਼ਾਮ ਨੇ ਕਿ ਸਿਰਸਾ ਅੱਗੇ ਅਜਿਹੇ ਹਾਲਾਤ ਪੈਦਾ ਕੀਤੇ ਗਏ ਕਿ ਉਸ ਨੂੰ ਬੀਜੇਪੀ ਦੇ ਵਿੱਚ ਜਾਣਾ ਪਿਆ। ਸਿੱਖਾਂ ਦੀ ਇੱਕ ਵਾਹਿਦ ਜਥੇਬੰਦੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਉਹਦੇ ਪ੍ਰੈਜ਼ੀਡੈਂਟ ਦੇ ਉੱਤੇ, ਕੱਲੇ ਪ੍ਰੈਜ਼ੀਡੈਂਟ ਦੇ ਉੱਤੇ ਨਹੀਂ ਬਲਕਿ 11 ਹੋਰ ਜਿਹੜੇ ਇਲੈਕਟਡ ਮੈਂਬਰ ਨੇ ਚੁਣ ਕੇ ਆਏ ਨੇ ਸੰਗਤ ਵੱਲੋਂ, ਉਹਨਾਂ ਦੇ ਉੱਤੇ ਬੋਕਸ ਜਿਹੜੇ ਆ ਉਹ ਪਰਚੇ ਦਰਜ ਕਰਵਾਏ ਜਾਂਦੇ ਤੇ ਫਿਰ ਉਹਨਾਂ ਨੂੰ ਜਿਹੜਾ ਹੈ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਇਹ ਸਾਰਾ ਕੁਝ ਛੱਡੋ ਤੇ ਸਾਡੇ ਵੱਲ ਆਓ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਲਜ਼ਾਮ ਹੈ ਕਿ ਪਹਿਲਾਂ ਕਾਂਗਰਸ ਪਾਰਟੀਆਂ ਤੋੜਨ ਦਾ ਕੰਮ ਕਰਦੀ ਸੀ ਅਤੇ ਹੁਣ ਬੀਜੇਪੀ ਕਰ ਰਹੀ ਹੈ। ਮੈਨੂੰ ਬੜਾ ਦੁੱਖ ਹੈ ਕਿ ਇਹ ਜੀ ਰਾਜਨੀਤੀ ਇਸ ਲੈਵਲ ਦੀ ਛੱਲੇ ਚੜ੍ਹ ਗਈ ਕਿ ਤੁਸੀਂ ਆਪਣੀ ਏਜੰਸੀਆਂ ਨੂੰ, ਆਪਣੇ ਫੋਰਸ ਨੂੰ ਯੂਜ਼ ਕਰਕੇ ਤੁਸੀਂ ਆਪਣੇ ਪੋਲੀਟੀਕਲ ਜਿਹੜੇ ਤੁਹਾਡੇ ਪਾਰਟੀਆਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਠੀਕ ਨਹੀਂ ਆ ਔਰ ਕਾਬਲੇ ਯਕੀਨ ਨਹੀਂ ਆ, ਔਰ ਇਹਦਾ ਕੋਈ ਸਬੂਤ ਵੀ ਨਹੀਂ ਆ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਤੇ ਕੋਈ ਇਨਕੁਆਇਰੀ ਨਹੀਂ ਚੱਲਦੀ ਸੀ, ਕੋਈ ਉਹਦੇ ਖਿਲਾਫ ਕੇਸ ਨਹੀਂ ਸੀ, ਕੋਈ ਐਸਾ ਚੀਜ਼ ਕੋਈ ਲਾਈਟ ਦੇ ਵੀ ਪ੍ਰਕਾਸ਼ 'ਚ ਨਹੀਂ ਆਈ ਕਿ ਇਹ ਇਲਜ਼ਾਮ ਕਿਸੇ ਤਰ੍ਹਾਂ ਵੀ ਸਾਬਤ ਹੋ ਸਕੇ। ਬੀਜੇਪੀ ਨੇ ਸੁਖਬੀਰ ਬਾਦਲ ਤੇ ਜਥੇਦਾਰ ਦੇ ਵੱਲੋਂ ਲਾਏ ਗਏ ਸੰਗੀਨ ਇਲਜ਼ਾਮਾਂ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਬੁੱਧਵਾਰ ਨੂੰ ਮਨਜਿੰਦਰ ਸਿੰਘ ਸਿਰਸਾ ਨੇ ਡੀਐਸਜੀਐਮਸੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਕੇ ਬੀਜੇਪੀ ਜੁਆਇਨ ਕਰ ਲਈ ਸੀ, ਪਰ ਜਥੇਦਾਰ ਤੇ ਸੁਖਬੀਰ ਸਿੰਘ ਬਾਦਲ ਦੇ ਨਿਸ਼ਾਨੇ ਤੇ ਬੀਜੇਪੀ ਤੇ ਦਿੱਲੀ ਸਿਆਸਤ ਦੇ ਕੁਝ ਚਿਹਰੇ ਨੇ, ਜਦਕਿ ਸਿਰਸਾ ਦੇ ਪ੍ਰਤੀ ਸੁਰ ਤਿੱਖੀ ਨਹੀਂ ਹੈ। ਤਲਵੰਡੀ ਸਾਬੋ ਤੋਂ ਮਨੀਸ਼ ਗਰਗ ਦੇ ਨਾਲ ਜਲੰਧਰ ਤੋਂ ਸੁਰਿੰਦਰ ਕੰਬੋਜ, ਨਿਊਜ਼ 18। ਸੋ ਲਗਾਤਾਰ ਇਸੇ ਤਰ੍ਹਾਂ ਦੇ ਨਾਲ ਖਬਰਾਂ ਚੱਲਦੀਆਂ ਰਹਿਣਗੀਆਂ। ਫਿਲਹਾਲ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ।